ਹੈਲੋ एवरीवन, ਸਵਾਗਤ ਹੈ ਸਾਰਿਆਂ ਦਾ ਈਮਰਸ ਅਕੈਡਮੀ ਦੇ ਵਿੱਚ। ਅੱਜ ਦਾ ਜੋ ਸੈਸ਼ਨ ਹੈ ਜੀ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦੇ ਸੈਸ਼ਨ ਦੇ ਵਿੱਚ ਕਰਾਂਗੇ ਇੰਪੋਰਟੈਂਟ ਡੈਮਸ ਆਫ ਇੰਡੀਆ, ਭਾਰਤ ਦੀ ਨਦੀਆਂ ਤੇ ਬਣੇ ਹੋਏ ਮਹੱਤਵਪੂਰਨ ਡੈਮਸ। ਤਾਂ ਜੋ ਚੈਨਲ ਤੇ ਨਵੇਂ ਆ, ਚੈਨਲ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ। ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ। ਡੈਮਸ ਐਂਡ ਰਿਵਰ ਪ੍ਰੋਜੈਕਟ। ਤਾਂ ਭਾਰਤ ਦੇ ਵਿੱਚ ਇੱਕ ਨਦੀ ਹੈ ਸਿੰਧੂ ਨਦੀ, ਜਿਸ ਨੂੰ ਅੱਜ ਇੰਡਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਡਸ ਨਦੀ ਤੋਂ ਹੀ ਭਾਰਤ ਦਾ ਨਾਮ ਬਣਿਆ ਜੀ, ਇੰਡੀਆ। ਤਾਂ ਇਸ ਦੇ ਉੱਪਰ ਇੱਕ ਡੈਮ ਬਣਿਆ ਹੈ ਜਿਸ ਦਾ ਨਾਮ ਕੀ ਹੈ, ਅਲਚੀ ਡੈਮ, ਜਾਂ ਇਸ ਨੂੰ ਹੋਰ ਕੀ ਕਹਿੰਦੇ ਨੇ, ਨੀਮੋ ਬਾਜੂਕੋ ਡੈਮ। ਠੀਕ ਹੈ ਜੀ, ਇੱਥੇ ਨਾਮ ਲਿਖ ਦਿੰਦਾ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ, ਅਲਚੀ ਡੈਮ, ਜਾਂ ਇਹਨੂੰ ਕੀ ਕਹਿੰਦੇ ਨੇ ਜੀ, ਨੀਮੋ ਬਾਜੂਕੋ ਡੈਮ। ਇਹ ਹੈ ਜੀ ਇੰਡਸ ਨਦੀ ਤੇ ਇਹ ਕਿਸ ਸਟੇਟ ਜਾਂ ਯੂਟੀ ਦੇ ਵਿੱਚ, ਜਾਂ ਕਿਸ ਸਟੇਟ ਪੁੱਛ ਸਕਦੇ ਆ ਤੁਹਾਡੇ ਕੋਲੋਂ, ਹੋਰ ਕੀ ਪੁੱਛ ਸਕਦੇ ਆ, ਕਿਸ ਯੂਟੀ ਦੇ ਵਿੱਚ ਹੈ। ਇੱਕ ਪੁੱਛ ਲੈਣਗੇ ਕਿਸ ਨਦੀ ਦੇ ਉੱਪਰ, ਦੂਸਰਾ ਪੁੱਛ ਸਕਦੇ ਆ ਕਿਸ ਸਟੇਟ ਜਾਂ ਯੂਟੀ ਦੇ ਵਿੱਚ ਹੈ। ਤਾਂ ਇਹ ਜਿਹੜਾ ਡੈਮ ਹੈ ਜੀ ਅਲਚੀ ਡੈਮ, ਇਹ ਹੈ ਜੀ ਲਦਾਖ ਯੂਟੀ ਦੇ ਵਿੱਚ। ਕੇਂਦਰ ਸ਼ਾਸਿਤ ਪ੍ਰਦੇਸ਼ ਜਿਸ ਦਾ ਨਾਮ ਕੀ ਹੈ, ਲਦਾਖ, ਉਹਦੇ ਵਿੱਚ ਅਲਚੀ ਡੈਮ ਹੈ ਜੀ। ਕਲੀਅਰ ਹੋ ਗਈ ਜੀ ਗੱਲ। ਅੱਗੇ ਨਦੀ ਹੈਗੀ ਹੈ ਜੀ ਆਪਣੇ ਕੋਲ ਜੇਹਲਮ ਨਦੀ। ਇੰਡਸ ਮੇਨ ਨਦੀ ਹੈ ਜੀ, ਠੀਕ ਹੈ ਜੀ। ਅੱਗੇ ਉਸ ਦੀਆਂ 5 ਸਹਾਇਕ ਨਦੀਆਂ ਨੇ। ਇਹ ਜੋ ਅੱਗੇ ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਨੇ, ਇਹ ਕੀ ਨੇ, 5 ਸਹਾਇਕ ਨਦੀਆਂ ਨੇ ਇੰਡਸ ਨਦੀ ਦੀਆਂ। ਤਾਂ ਜੇਹਲਮ ਨਦੀ ਜਿਹੜੀ ਹੈ ਜੀ, ਇਸ ਦੇ ਉੱਪਰ ਬਣਿਆ ਹੋਇਆ ਹੈ ਜੀ ਉਰੀ ਡੈਮ। ਕੀ ਨਾਮ ਹੈ ਜੀ, ਉਰੀ ਡੈਮ। ਠੀਕ ਹੈ, ਇਹ ਕਿੱਥੇ ਹੈ ਜੀ, ਇਹ ਹੈ ਜੀ ਜੰਮੂ ਐਂਡ ਕਸ਼ਮੀਰ ਯੂਟੀ ਦੇ ਵਿੱਚ। ਹੁਣ ਯੂਟੀ ਹੈਗੀ ਹੈ, ਜੰਮੂ ਕਸ਼ਮੀਰ ਅਲੱਗ ਯੂਟੀ ਹੈ, ਲਦਾਖ ਇੱਕ ਅਲੱਗ ਯੂਟੀ ਹੈ। ਤਾਂ ਉਰੀ ਡੈਮ ਬਣਿਆ ਜੀ ਕਿਸ ਤੇ, ਜੇਹਲਮ ਨਦੀ ਦੇ ਉੱਪਰ। ਉਸ ਤੋਂ ਬਾਅਦ ਹੈ ਜੀ ਚਨਾਬ ਨਦੀ, ਇੰਪੋਰਟੈਂਟ ਹੈ ਚਨਾਬ ਨਦੀ। ਚਨਾਬ ਨਦੀ ਦੇ ਉੱਪਰ 4 ਇੰਪੋਰਟੈਂਟ ਡੈਮ ਬਣੇ ਹੋਏ ਆ। ਇੱਕ ਹੈ ਜੀ ਬਗਲੀਹਾਰ ਡੈਮ, दूसरा है जी सदल डैम, एक है जी दलहस्ती डैम, ਤੇ ਚੌਥਾ ਹੈ ਜੀ ਰੇਟਰ ਡੈਮ। ਇੰਪੋਰਟੈਂਟ ਡੈਮਸ ਨੇ ਚਾਰੇ ਦੇ ਚਾਰੇ ਹੀ, ਬਗਲੀਹਾਰ, ਸਲਲ, ਦਲਹਸਤੀ ਤੇ ਰੇਟਰ। ਇਹ ਚਾਰੇ ਦੇ ਚਾਰੇ ਡੈਮ ਚਨਾਬ ਨਦੀ ਦੇ ਉੱਪਰ ਨੇ ਤੇ ਕਿਸ ਯੂਟੀ ਦੇ ਵਿੱਚ ਨੇ, ਕਿਸ ਕੇਂਦਰ ਸ਼ਾਸਿਤ ਪ੍ਰਦੇਸ਼, ਜੰਮੂ ਐਂਡ ਕਸ਼ਮੀਰ। ਠੀਕ ਹੈ ਜੀ, ਕਲੀਅਰ ਹੋ ਗਿਆ। ਬਗਲੀਹਾਰ, ਸਲਲ, ਦਲਹਸਤੀ ਤੇ ਰੇਟਰ ਚਨਾਬ ਨਦੀ ਦੇ ਉੱਪਰ ਨੇ, ਇੰਪੋਰਟੈਂਟ ਨੇ। ਉਸ ਤੋਂ ਬਾਅਦ ਇੱਕ ਨਦੀ ਰਾਵੀ, ਜਿਹੜੀ ਪੰਜਾਬ ਦੇ ਵਿੱਚੋਂ ਵੀ ਲੰਘਦੀ ਹੈ। ਇਸ ਦੇ ਉੱਪਰ ਬਣਿਆ ਹੈ ਜੀ ਥੀਨ ਡੈਮ। ਕੀ ਨਾਮ ਹੈ, ਥੀਨ ਡੈਮ, ਜਾਂ ਇਸ ਨੂੰ ਹੋਰ ਕੀ ਕਹਿ ਦਿੰਦੇ ਨੇ, ਰਣਜੀਤ ਸਾਗਰ ਡੈਮ। ਤੇ ਦੂਸਰਾ ਹੈ ਜੀ ਚਮੇਰਾ ਡੈਮ। ਦੂਸਰਾ ਕਿਹੜਾ ਜੀ, ਚਮੇਰਾ ਡੈਮ। ਜੋ ਚਮੇਰਾ ਡੈਮ ਹੈ ਜੀ, ਇਹ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਚਮੇਰਾ ਡੈਮ ਕਿੱਥੇ ਹੈ ਜੀ, ਹਿਮਾਚਲ ਪ੍ਰਦੇਸ਼ ਦੇ ਵਿੱਚ। ਤੇ ਥੀਨ ਡੈਮ, ਰਣਜੀਤ ਸਾਗਰ ਡੈਮ ਵੀ ਜਿਹਨੂੰ ਕਹਿੰਦੇ ਆ, ਇਹ ਕਿੱਥੇ ਹੈ ਜੀ, ਆਪਣੀ ਸਟੇਟ ਪੰਜਾਬ ਦੇ ਵਿੱਚ, ਪੰਜਾਬ ਸਟੇਟ ਦੇ ਵਿੱਚ ਹੈ ਜੀ। ਠੀਕ ਹੈ ਜੀ, ਨਾਮ ਕੀ ਇਹਦਾ, ਥੀਨ ਡੈਮ ਵੀ ਕਹਿੰਦੇ ਆ, ਤੇ ਇਸ ਦੇ ਪਿੱਛੇ ਜੋ ਸਾਗਰ ਬਣਦਾ, ਲੇਕ ਬਣਦੀ, ਉਸ ਦੇ ਨਾਮ ਤੇ ਇਸ ਨੂੰ ਰਣਜੀਤ ਸਾਗਰ ਡੈਮ ਵੀ ਕਹਿ ਦਿੰਦੇ ਆ। ਕਲੀਅਰ ਹੋ ਗਿਆ ਜੀ। ਉਸ ਤੋਂ ਬਾਅਦ ਨਦੀ ਆ ਗਈ ਜੀ ਆਪਣੇ ਕੋਲ ਬਿਆਸ, ਬਿਆਸ ਨਦੀ। ਬਿਆਸ ਨਦੀ ਤੇ ਡੈਮ ਹੈ ਜੀ ਪੌਂਗ ਡੈਮ। ਕੀ ਨਾਮ ਹੈ ਜੀ ਇਹਦਾ, ਪੌਂਗ ਡੈਮ, ਪੌਂਗ ਡੈਮ ਵੀ ਕਹਿੰਦੇ। ਇਸ ਦਾ ਇੱਕ ਹੋਰ ਨਾਮ ਹੈਗਾ ਮਹਾਰਾਣਾ, ਨਾਮ ਯਾਦ ਰੱਖਿਆ, ਇੰਪੋਰਟੈਂਟ ਹੈ, ਮਹਾਰਾਣਾ ਪ੍ਰਤਾਪ ਸਾਗਰ ਡੈਮ। ਤੇ ਇੱਕ ਹੈਗਾ ਜੀ ਪੰਡੋ ਡੈਮ। ਕਲੀਅਰ ਹੋ ਗਿਆ ਜੀ, ਪੰਡੋ ਡੈਮ। ਇਹ ਜਿਹੜੇ ਡੈਮ ਨੇ ਜੀ, ਪੌਂਗ ਡੈਮ ਹੋ ਗਿਆ, ਜਿਸ ਨੂੰ ਮਹਾਰਾਣਾ ਪ੍ਰਤਾਪ ਸਾਗਰ ਡੈਮ ਕਹਿੰਦੇ ਆ,
ਤੇ ਇੱਕ ਹੋ ਗਿਆ ਜੀ ਪੰਡੋਰ ਡੈਮ। ਇਹ ਦੋਵੇਂ ਹੀ ਬਿਆਸ ਨਦੀ ਦੇ ਉੱਪਰ ਕਿੱਥੇ ਬਣੇ ਹੋਏ ਆ, ਹਿਮਾਚਲ ਪ੍ਰਦੇਸ਼ ਦੇ ਵਿੱਚ। ਜਿਹੜਾ ਪੌਂਗ ਡੈਮ ਹੈ ਜੀ, ਇਸ ਦਾ ਜਿਹੜਾ ਲਾਭ ਹੈ, ਜਾਂ ਮਹਾਰਾਣਾ ਪ੍ਰਤਾਪ ਸਾਗਰ ਡੈਮ ਹੈ, ਇਸ ਦਾ ਲਾਭ ਜਿਹੜਾ ਉਹ ਪੰਜਾਬ ਨੂੰ ਵੀ ਹੁੰਦਾ ਜੀ। ਪੰਜਾਬ ਨੂੰ ਵੀ ਇਸ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜੀ। ਬਿਆਸ ਨਦੀ ਦੇ ਉੱਪਰ ਬਣਿਆ ਪੌਂਗ ਡੈਮ, ਮਹਾਰਾਣਾ ਪ੍ਰਤਾਪ ਸਾਗਰ ਡੈਮ। ਉਸ ਤੋਂ ਬਾਅਦ ਲਾਸਟ ਜੀ ਸਤਲੁਜ ਨਦੀ, ਪੰਜਾਬ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਗੁਜ਼ਰਦੀ ਹੋਈ ਫਿਰ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ। ਇਸ ਤੇ ਇੰਪੋਰਟੈਂਟ ਡੈਮ ਬਣਿਆ ਹੈ ਜੀ, ਜਿਸ ਦਾ ਨਾਮ ਕੀ ਹੈ ਜੀ, ਭਾਖੜਾ ਨੰਗਲ ਡੈਮ। ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ, ਭਾਖੜਾ ਨੰਗਲ ਡੈਮ ਕਿਸ ਨਦੀ ਦੇ ਉੱਪਰ ਬਣਿਆ ਜੀ? ਕੀ ਨਾਮ ਹੈ ਜੀ? ਭਾਖੜਾ ਨੰਗਲ ਡੈਮ। ਇਹ ਕਿੱਥੇ ਬਣਿਆ ਹੋਇਆ ਹੈ? ਇਹ ਬਣਿਆ ਹੋਇਆ ਹੈ ਪੰਜਾਬ ਤੇ ਹਰਿਆਣਾ, ਹਿਮਾਚਲ, ਪੰਜਾਬ ਤੇ ਹਿਮਾਚਲ ਦੇ ਬਾਰਡਰ ਦੇ ਉੱਪਰ। ਇਹ ਦੋਵੇਂ ਸਟੇਟਾਂ ਦਾ ਜਿਹੜਾ ਬਾਰਡਰ ਹੈ ਜੀ, ਉਹਦੇ ਤੇ ਬਣਿਆ ਹੋਇਆ ਡੈਮ ਭਾਖੜਾ ਨੰਗਲ ਡੈਮ। ਕਲੀਅਰ ਹੋ ਗਈ ਜੀ ਗੱਲ। ਉਸ ਤੋਂ ਬਾਅਦ ਹੈਗਾ ਜੀ ਅਗਲਾ ਡੈਮ ਆਪਣੇ ਕੋਲ ਨਾਥਪਾ ਚਾਖੜੀ ਡੈਮ। ਨਾਥਪਾ ਚਾਖੜੀ ਡੈਮ ਕਹਿ ਦਿੰਦੇ ਹਨ, ਚਾਖੜੀ ਵੀ ਕਹਿ ਦਿੰਦੇ, ਚਾਖੜੀ ਵੀ ਕਹਿ ਦਿੰਦੇ। ਇਹ ਕਿੱਥੇ ਜੀ? ਇਹ ਹੈ ਜੀ ਹਿਮਾਚਲ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ। ਤਾਂ 6 ਨਦੀਆਂ ਕਰ ਲਈਆਂ, ਉਹਨਾਂ ਦੇ ਉੱਪਰ ਇੰਪੋਰਟੈਂਟ ਡੈਮ ਕਿੱਥੇ ਆ ਜੀ? ਪਹਿਲੀ ਨਦੀ ਸੀਗੀ ਜੀ ਇੰਡਸ, ਜੇਹਲਮ ਤੇ ਚਨਾਬ। ਇਹ ਤਿੰਨ ਨਦੀਆਂ ਜਿਹੜੀਆਂ ਇਹ ਜੰਮੂ ਕਸ਼ਮੀਰ ਤੇ ਲਦਾਖ ਦੇ ਵਿੱਚ ਵਹਿੰਦੀਆਂ, ਫਿਰ ਪਾਕਿਸਤਾਨ ਦੇ ਵਿੱਚ ਚਲੀਆਂ ਜਾਂਦੀਆਂ। ਆਹ ਰਾਵੀ ਹੋ ਗਈ, ਬਿਆਸ ਤੇ ਸਤਲੁਜ। ਮੇਨਲੀ ਇਹ ਪੰਜਾਬ ਦੇ ਵਿੱਚੋਂ ਪਾਸ ਹੋ ਕੇ ਫਿਰ ਕਿੱਥੇ ਚਲੀਆਂ ਜਾਂਦੀਆਂ? ਪਾਕਿਸਤਾਨ ਦੇ ਵਿੱਚ ਚਲੀਆਂ ਜਾਂਦੀਆਂ। ਇੱਕ ਸੰਧੀ ਹੋਈ ਸੀਗੀ ਜੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ, ਪਾਣੀ ਦੇ ਰਿਲੇਟਡ, ਨਦੀਆਂ ਦੇ ਪਾਣੀ ਦੇ ਰਿਲੇਟਡ ਸੰਧੀ ਹੋਈ ਸੀਗੀ। ਕੀ ਸੰਧੀ ਹੋਈ ਸੀਗੀ? ਆਹ ਤਿੰਨ ਨਦੀਆਂ ਇੰਡਸ, ਜੇਹਲਮ ਤੇ ਚਨਾਬ, ਇਹਨਾਂ ਦਾ ਪਾਣੀ ਮਿਲੇਗਾ ਜੀ ਪਾਕਿਸਤਾਨ ਨੂੰ। ਇਹਨਾਂ ਦਾ ਪਾਣੀ ਕਿਹਨਾਂ ਨੂੰ ਮਿਲੇਗਾ ਜੀ? ਪਾਕਿਸਤਾਨ ਨੂੰ। ਤੇ ਰਾਵੀ, ਬਿਆਸ, ਸਤਲੁਜ, ਇਹਨਾਂ ਦਾ ਪਾਣੀ ਜਿਹੜਾ ਹੈ ਜੀ ਉਹ ਕਿਹਨੂੰ ਮਿਲੇਗਾ ਜੀ? ਭਾਰਤ ਨੂੰ। ਇਹਨਾਂ ਦਾ ਪਾਣੀ ਮਿਲੇਗਾ ਭਾਰਤ ਨੂੰ। ਇਹ ਸੰਧੀ ਹੋਈ ਸੀਗੀ ਜਿਹਨੂੰ ਕੀ ਕਹਿੰਦੇ ਸੀਗੇ? ਇੰਡਸ ਵਾਟਰ ਟ੍ਰੀਟੀ, ਜਾਂ ਕੀ ਕਹਿ ਸਕਦੇ ਹਾਂ ਇੰਡਸ ਜਲ ਸੰਧੀ। ਤੁਸੀਂ ਕਮੈਂਟ ਕਰਕੇ ਦੱਸਣਾ ਹੈ ਵੀ ਇਹ ਕਿਹੜੇ ਸਾਲ ਦੇ ਵਿੱਚ ਹੋਈ ਸੀ। ਇੰਪੋਰਟੈਂਟ ਹੈ ਜੀ, ਸਾਲ ਪੁੱਛ ਲੈਂਦੇ ਆ। ਇੰਡਸ ਜਿਹੜੀ ਜਲ ਸੰਧੀ ਹੈ ਇਹ ਕਿਹੜੇ ਸਾਲ ਦੇ ਵਿੱਚ ਹੋਈ ਸੀ? ਤੁਸੀਂ ਕਮੈਂਟ ਕਰਕੇ ਦੱਸਣਾ ਹੈ। ਡੈਮ ਸੀਗੇ ਇੰਪੋਰਟੈਂਟ 6 ਦੀ 6 ਨਦੀਆਂ ਦੇ ਉੱਪਰ, ਠੀਕ ਹੈ ਜੀ। ਇਹ ਇੰਡਸ ਦੀਆਂ ਤੇ ਸਹਾਇਕ ਨਦੀਆਂ ਨੇ, ਉਹਨਾਂ ਦੇ ਉੱਪਰ ਡੈਮ ਬਣੇ ਹੋਏ ਸੀ। ਇਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਅੱਗੇ ਆ ਗਏ ਜੀ ਆਪਣੇ ਕੋਲ ਭਾਗੀਰਥੀ ਨਦੀ। ਕਿਹੜੀ ਨਦੀ ਆ ਗਈ ਜੀ? ਭਾਗੀਰਥੀ ਨਦੀ। ਭਾਗੀਰਥੀ ਨਦੀ ਜਿਹੜੀ ਹੈ ਜੀ, ਇਹ ਇਸ ਦੇ ਉੱਪਰ ਇੱਕ ਡੈਮ ਬਣਿਆ ਹੈ ਜਿਸ ਦਾ ਨਾਮ ਕੀ ਹੈ? ਟੀਰੀ ਡੈਮ। ਟੀਰੀ ਡੈਮ। ਇਹ ਡੈਮ ਕਿੱਥੇ ਹੈ ਜੀ? ਯੂਕੇ ਦੇ ਵਿੱਚ। ਯੂਕੇ ਕਿਹੜਾ? ਇੰਗਲੈਂਡ ਵਾਲਾ ਨਹੀਂ, ਇਹ ਯੂਕੇ ਦਾ ਮਤਲਬ ਹੈ ਜੀ ਉੱਤਰਾਖੰਡ। ਉੱਤਰਾਖੰਡ ਦੇ ਵਿੱਚ ਬਣਿਆ ਇਹ ਡੈਮ, ਕਿਹੜਾ? ਭਾਗੀਰਥੀ ਨਦੀ ਦੇ ਉੱਪਰ ਬਣਿਆ ਹੈ। ਭਾਗੀਰਥੀ ਨਦੀ ਜਿਹੜੀ ਹੈ ਜੀ, ਇਹ ਅੱਗੇ ਜਾ ਕੇ ਇਸ ਦਾ ਨਾਮ ਬਣ ਜਾਏਗਾ ਗੰਗਾ, ਠੀਕ ਹੈ ਜੀ। ਭਾਗੀਰਥੀ ਨਾਲ ਸ਼ੁਰੂਆਤ ਹੁੰਦੀ ਹੈ ਜੀ, ਫਿਰ ਇਹ ਨਦੀ ਜਿਹੜੀ ਹੈ ਅੱਗੇ ਜਾ ਕੇ ਕੀ ਬਣ ਜਾਂਦੀ ਹੈ? ਗੰਗਾ ਨਦੀ ਬਣ ਜਾਂਦੀ ਹੈ, ਠੀਕ ਹੈ ਜੀ। ਤੇ ਇਸ ਦੇ ਉੱਪਰ ਇੱਕ ਡੈਮ ਬਣਿਆ ਭਾਗੀਰਥੀ ਨਦੀ ਦੇ ਉੱਪਰ, ਇਹਦਾ ਨਾਮ ਹੈ ਟੀਰੀ ਡੈਮ। ਟੀਰੀ ਡੈਮ ਇੰਪੋਰਟੈਂਟ ਹੈ ਜੀ, ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਟੀਰੀ ਡੈਮ ਬਾਰੇ, ਸਟਾਰ ਮਾਰਕ ਕਰ ਦਿੰਦੇ ਆ। ਇਸ ਤੋਂ ਅੱਗੇ ਹੈ ਜੀ ਰਿਹਾਂਦ ਨਦੀ। ਇਸ ਤੋਂ ਅੱਗੇ ਜੀ ਰਿਹਾਂਦ ਨਦੀ। ਰਿਹਾਂਦ ਨਦੀ ਦੇ ਉੱਪਰ ਡੈਮ ਬਣਿਆ, ਭਾਗੀਰਥੀ ਤੇ ਬਣਿਆ ਸੀਗਾ ਜੀ ਟੀਰੀ ਡੈਮ। ਰਿਹਾਂਦ ਨਦੀ ਦੇ ਉੱਪਰ ਡੈਮ ਬਣਿਆ, ਰਿਹਾਂਦ ਹੀ ਕਹਿ ਦਿੰਦੇ ਉਹਨੂੰ। ਕੀ ਨਾਮ ਹੈ ਕਹਿੰਦੇ? ਰਿਹਾਂਦ, ਠੀਕ ਹੈ ਜੀ। ਰਿਹਾਂਦ, ਜਾਂ ਇਸ ਦਾ ਹੋਰ ਨਾਮ ਵੀ ਹੈ ਜੀ ਗੋਬਿੰਦ ਵੱਲਭ ਪੰਤ ਸਾਗਰ ਡੈਮ। ਇਹ ਦੋਨੋਂ ਨਾਮ ਇੰਪੋਰਟੈਂਟ ਹੈ, ਤੁਹਾਡੇ ਕੋਲ ਪੁੱਛ ਸਕਦੇ ਆ। ਉਹ ਉੱਤਰਾਖੰਡ ਦੇ ਵਿੱਚ ਸੀਗਾ ਜੀ ਟੀਰੀ ਡੈਮ। ਇਹ ਕਿੱਥੇ ਹੈ ਜੀ? ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਹੈ ਰਿਹਾਂਦ ਡੈਮ, ਰਿਹਾਂਦ ਨਦੀ ਦੇ ਉੱਪਰ। ਉਸ ਤੋਂ ਬਾਅਦ ਜਮਨਾ, ਇਹ ਵੀ ਸਹਾਇਕ ਨਦੀ ਹੈ ਜੀ ਕਿੰਦੀ?
ਇਹ ਗੰਗਾ ਨਦੀ ਦੀ ਸਹਾਇਕ ਨਦੀ ਹੈ। ਜਮੁਨਾ, ਇਹ ਜਮਨੋਤਰੀ ਤੋਂ ਫੁੱਟਦੀ ਹੈ ਜੀ। ਗੰਗਾ ਕਿੱਥੋਂ ਫੁੱਟਦੀ ਹੈ ਜੀ? ਗੰਗੋਤਰੀ ਤੋਂ। ਠੀਕ ਹੈ ਜੀ। ਭਾਗੀਰਥੀ ਜਿਹੜੀ ਨਦੀ ਹੈ ਉਹ ਗੰਗੋਤਰੀ ਤੋਂ ਫੁੱਟਦੀ ਹੈ, ਜੋ ਅੱਗੇ ਜਾ ਕੇ ਇਸ ਦਾ ਨਾਮ ਕੀ ਬਣ ਜਾਂਦਾ? ਗੰਗਾ। ਜਮੁਨਾ ਨਦੀ ਦੇ ਉੱਪਰ, ਜਮੁਨਾ ਨਦੀ ਜਿਹੜੀ ਪਹਿਲਾਂ ਜੀ ਗੰਗਾ ਨਾਲ ਮਿਲਦੀ ਹੈ ਕਿੱਥੇ ਆ ਕੇ? ਪ੍ਰਯਾਗਰਾਜ, ਜਿਸ ਦਾ ਨਾਮ ਕੀ ਰੱਖਿਆ ਹੈ? ਪ੍ਰਯਾਗਰਾਜ। ਠੀਕ ਹੈ ਜੀ, ਪ੍ਰਯਾਗਰਾਜ। ਪਹਿਲਾਂ ਇਸ ਦਾ ਨਾਮ ਕੀ ਸੀਗਾ ਜੀ? ਇਲਾਹਾਬਾਦ। ਇਲਾਹਾਬਾਦ। ਇਹਦੇ ਉੱਪਰ ਇੱਕ ਡੈਮ ਬਣਿਆ ਜੀ, ਹਥਨੀ ਕੁੰਡ ਡੈਮ। ਕੀ ਨਾਮ ਹੈ ਜੀ? ਹਥਨੀ ਕੁੰਡ ਡੈਮ। ਠੀਕ ਹੈ ਜੀ, ਬਰਾਜ ਕਹਿ ਦਿੰਦੇ ਆ, ਡੈਮ ਕਹਿ ਦਿੰਦੇ ਆ। ਹਥਨੀ ਕੁੰਡ ਬਰਾਜ ਬਣਿਆ ਜੀ। ਇਹ ਕਿੱਥੇ ਬਣਿਆ ਹੈ ਜੀ? ਹਰਿਆਣੇ ਦੇ ਵਿੱਚ। ਯਾਦ ਰੱਖਿਆ, ਇਹ ਕਿੱਥੇ ਬਣਿਆ ਹੋਇਆ ਹੈ? ਹਰਿਆਣੇ ਦੇ ਵਿੱਚ। ਉਸ ਤੋਂ ਬਾਅਦ ਚੰਬਲ ਨਦੀ ਜੀ। ਇਹ ਚੰਬਲ ਨਦੀ ਜਿਹੜੀ ਹੈ ਜੀ, ਇਹ ਸਹਾਇਕ ਨਦੀ ਹੈ ਜੀ ਜਮੁਨਾ ਦੀ, ਤੇ ਜਮੁਨਾ ਅੱਗੇ ਸਾਈਡ ਹੈ ਗੰਗਾ ਨਦੀ। ਤਾਂ ਚੰਬਲ ਨਦੀ ਦੇ ਉੱਪਰ ਡੈਮ ਬਣੇ ਹੋਏ ਹੈ ਜੀ। 3 ਡੈਮ ਇੰਪੋਰਟੈਂਟ ਹੈ ਜੀ। ਜਵਾਹਰ ਸਾਗਰ, ਜਵਾਹਰ, ਰਾਣਾ ਪ੍ਰਤਾਪ ਸਾਗਰ, ਤੇ ਤੀਸਰਾ ਹੈ ਜੀ ਗਾਂਧੀ ਸਾਗਰ। ਕਿੰਨੇ ਡੈਮ ਬਣੇ ਹੋਏ ਜੀ? ਜਵਾਹਰ ਸਾਗਰ, ਰਾਣਾ ਪ੍ਰਤਾਪ ਤੇ ਗਾਂਧੀ। ਇਹ ਰਾਣਾ ਪ੍ਰਤਾਪ ਸਾਗਰ ਡੈਮ ਹੈ ਜੀ। ਮਹਾਰਾਣਾ ਪ੍ਰਤਾਪ ਸਾਗਰ ਡੈਮ ਕਿਹਨੂੰ ਕਹਿੰਦੇ ਸੀਗੇ? ਪੌਂਗ ਡੈਮ। ਠੀਕ ਹੈ ਜੀ, ਇਹ ਰਾਣਾ ਪ੍ਰਤਾਪ ਹੈ, ਮਹਾਰਾਣਾ ਨਹੀਂ ਗਾ। ਮਹਾਰਾਣਾ ਡੈਮ ਕਿਹਨੂੰ ਕਹਿੰਦੇ ਆ? ਪੌਂਗ ਡੈਮ ਨੂੰ। ਰਾਣਾ ਪ੍ਰਤਾਪ ਸਾਗਰ, ਗਾਂਧੀ ਸਾਗਰ ਤੇ ਜਵਾਹਰ ਸਾਗਰ, ਇਹ 3 ਡੈਮ ਕਿੰਦੇ ਤੇ ਬਣੇ ਹੋਏ ਜੀ? ਚੰਬਲ ਨਦੀ ਤੇ ਬਣੇ ਹੋਏ। ਇਹ ਬਣਿਆ ਜੀ ਚੰਬਲ ਨਦੀ ਦੇ ਉੱਪਰ। ਜਿਹੜਾ ਗਾਂਧੀ ਸਾਗਰ ਹੈ ਜੀ, ਇਹ ਬਣਿਆ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚ। ਕਿੱਥੇ ਬਣਿਆ? ਮੱਧ ਪ੍ਰਦੇਸ਼ ਦੇ ਵਿੱਚ। ਆਹ ਦੋਵੇਂ ਡੈਮ, ਰਾਣਾ ਪ੍ਰਤਾਪ ਸਾਗਰ ਤੇ ਜਵਾਹਰ ਸਾਗਰ, ਇਹ ਬਣੇ ਹੋਏ ਆ ਜੀ ਰਾਜਸਥਾਨ ਦੇ ਵਿੱਚ। ਇਸ ਸਟੇਟ ਦੇ ਵਿੱਚ, ਰਾਜਸਥਾਨ ਦੇ ਵਿੱਚ। ਠੀਕ ਹੈ ਜੀ, ਰਾਜਸਥਾਨ ਦੇ ਵਿੱਚ ਬਣੇ ਹੋਏ ਆ ਜਵਾਹਰ ਸਾਗਰ ਤੇ ਰਾਣਾ ਪ੍ਰਤਾਪ ਸਾਗਰ। ਇੱਕ ਗਾਂਧੀ ਸਾਗਰ ਹੈ ਜੋ ਕਿੱਥੇ ਬਣਿਆ ਹੋਇਆ ਹੈ ਜੀ? ਮੱਧ ਪ੍ਰਦੇਸ਼ ਵਿੱਚ। ਕਿਸ ਨਦੀ ਦੇ ਉੱਪਰ ਨੇ? ਚੰਬਲ ਨਦੀ ਦੇ ਉੱਪਰ। ਨਦੀ ਇੰਪੋਰਟੈਂਟ ਹੈ। ਇਸ ਨਦੀ ਦੇ ਉੱਪਰ? ਚੰਬਲ ਨਦੀ। ਕਲੀਅਰ ਹੋ ਗਿਆ ਜੀ ਗੱਲ। ਅੱਗੇ ਇਸ ਦਾ ਥੋੜਾ ਜਿਹਾ ਮੈਪ ਦੇਖ ਲੈਂਦੇ ਹਾਂ, ਇੰਪੋਰਟੈਂਟ ਡੈਮਸ ਦਾ ਕੁਝ। ਇਹ ਹੈ ਜੀ ਆਪਣੇ ਕੋਲ ਸਤਲੁਜ ਡੈਮ। ਠੀਕ ਹੈ ਜੀ, ਇਹ ਹੈ ਜੀ ਭਾਖੜਾ ਨੰਗਲ। ਆ ਜੀ ਚਮੇਰਾ। ਠੀਕ ਹੈ ਜੀ, ਰਾਵੀ ਨਦੀ ਦੇ ਉੱਪਰ। ਇਹ ਭਾਖੜਾ ਹੋ ਗਿਆ ਜੀ ਸਤਲੁਜ ਨਦੀ ਦੇ ਉੱਪਰ। ਇਹ ਨਰੋੜਾ ਡੈਮ ਹੈ ਜੀ ਜਮੁਨਾ ਨਦੀ ਦੇ ਉੱਪਰ। ਇੱਥੇ ਹਰਿਆਣਾ ਦੇ ਵਿੱਚ ਹਥਨੀ ਕੁੰਡ ਡੈਮ ਹੈ। ਆ ਗਿਆ ਜੀ ਕੋਟਾ ਡੈਮ ਚੰਬਲ ਨਦੀ ਤੇ, ਰਾਣਾ ਪ੍ਰਤਾਪ ਸਾਗਰ, ਗਾਂਧੀ ਸਾਗਰ ਤੇ ਜਵਾਹਰ ਸਾਗਰ, ਇਹ ਸਾਰੇ ਡੈਮ ਕਿਹਦੇ ਤੇ ਨੇ? ਚੰਬਲ ਨਦੀ ਤੇ। ਕਲੀਅਰ ਹੋ ਗਿਆ ਜੀ ਇੱਥੋਂ ਤੱਕ? ਚਲੋ, ਇੱਕ ਇੱਥੇ ਡੈਮ ਹੈਗਾ ਜੀ, ਆ ਸੋਨ ਨਦੀ ਦੇ ਨਾਲ ਨਿੱਕੀ ਜਿਹੀ ਨਦੀ ਹੈ ਰਿਆਂਦ ਨਦੀ, ਇਹਦੇ ਉੱਪਰ ਰਿਆਂਦ ਡੈਮ ਬਣਿਆ ਹੋਇਆ ਜੀ। ਦੇਖ ਗਿਆ ਜੀ ਸਾਰਿਆਂ ਨੂੰ? ਆ ਹੈ ਜੀ ਰਿਆਂਦ ਡੈਮ। ਇਹਦਾ ਇੱਕ ਹੋਰ ਨਾਮ ਕੀ ਹੈ? ਗੋਬਿੰਦ ਵੱਲਭ ਪੰਤ ਸਾਗਰ ਡੈਮ। ਕਲੀਅਰ ਹੋ ਗਈ ਜੀ? ਚਲੋ ਅੱਗੇ ਚੱਲਦੇ ਹਾਂ ਜੀ। ਅੱਗੇ ਆਪਾਂ ਚੱਲਾਂਗੇ ਜੀ ਸਾਊਥ ਇੰਡੀਆ ਵੱਲ, ਦੱਖਣ ਭਾਰਤ ਦੀਆਂ ਨਦੀਆਂ ਦੇ ਉੱਪਰ ਬਣੇ ਹੋਏ ਮਹੱਤਵਪੂਰਨ ਡੈਮ। ਤਾਂ ਸਭ ਤੋਂ ਮਹੱਤਵਪੂਰਨ ਡੈਮ ਹੈ ਜੀ ਹੀਰਾਕੁੰਡ ਡੈਮ। ਕਿਸ ਨਦੀ ਤੇ ਬਣਿਆ ਜੀ? ਮਹਾਨਦੀ ਉੱਪਰ। ਇਹ ਨਦੀਆਂ ਦੇ ਨਾਮ ਨੇ। ਮਹਾਨਦੀ ਦੇ ਉੱਪਰ ਬਣਿਆ ਜੀ ਹੀਰਾਕੁੰਡ ਡੈਮ। ਇਹ ਕਿਹੜੀ ਸਟੇਟ ਦੇ ਵਿੱਚ ਹੈ ਜੀ? ਇਹ ਹੈ ਜੀ ਉੜੀਸਾ ਦੇ ਵਿੱਚ। ਕਿਹੜੀ ਸਟੇਟ ਹੈ ਜੀ? ਉੜੀਸਾ। ਇੰਪੋਰਟੈਂਟ ਡੈਮ ਹੈ ਜੀ, ਸਟਾਰ ਮਾਰਕ ਕਰ ਲਓ, ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਹੋਇਆ ਹੈ। ਹੀਰਾਕੁੰਡ ਡੈਮ ਇਸ ਨਦੀ ਤੇ ਹੈ? ਮਹਾਨਦੀ ਦੇ ਉੱਪਰ। ਇਸ ਬਾਰੇ ਆਪਾਂ 1-2 ਹੋਰ ਗੱਲਾਂ ਜਾਣਾਂਗੇ ਬਾਅਦ ਦੇ ਵਿੱਚ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਗੋਦਾਵਰੀ ਨਦੀ ਤੇ। ਗੋਦਾਵਰੀ, ਗੋਦਾਵਰੀ ਨਦੀ ਦੇ ਉੱਪਰ 2 ਡੈਮ ਬਣੇ ਹੋਏ ਹੈ। ਇੱਕ ਨਿਜ਼ਾਮ ਸਾਗਰ, ਇੰਪੋਰਟੈਂਟ ਨਿਜ਼ਾਮ ਸਾਗਰ, ਤੇ ਦੂਸਰਾ ਹੈ ਜੀ ਸ਼੍ਰੀ ਰਾਮ ਸਾਗਰ। ਠੀਕ ਹੈ, ਗੋਦਾਵਰੀ ਨਦੀ ਤੇ ਨਿਜ਼ਾਮ ਸਾਗਰ ਤੇ ਸ਼੍ਰੀ ਰਾਮ ਸਾਗਰ। ਜਿਹੜਾ ਨਿਜ਼ਾਮ ਸਾਗਰ ਡੈਮ ਹੈ ਜੀ, ਤੇ ਸ਼੍ਰੀ ਰਾਮ ਸਾਗਰ, ਇਹ ਦੋਨੋਂ ਡੈਮ ਹੀ
ਇਹ ਦੋਨੋਂ ਡੈਮ ਹੀ ਕਿੱਥੇ ਬਣੇ ਹੋਏ, ਕਿਹੜੀ ਸਟੇਟ ਦੇ ਵਿੱਚ? ਤੇਲੰਗਾਨਾ। ਇਹ ਕਿਹੜੀ ਸਟੇਟ ਦੇ ਵਿੱਚ ਨੇ? ਤੇਲੰਗਾਨਾ ਸਟੇਟ ਦੇ ਵਿੱਚ ਨੇ, ਜੋ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਈ ਹੈ। ਇਸ ਨੂੰ ਯਾਦ ਕਰਨ ਦੀ ਥੋੜੀ ਸ਼ੋਰਟ ਟ੍ਰਿਕ ਦੱਸ ਦਿੰਦਾ। ਕੀ ਸ਼ੋਰਟ ਟ੍ਰਿਕ ਹੈ? ਗੋਦਾਵਰੀ ਦਾ ਨਿਜ਼ਾਮ करे राम राम। याद रह जाएगा जी शॉर्ट ट्रिक तो याद कर सकते जो तुमने दसी है। गोदावरी का निजाम करे राम राम, ये शॉर्ट ट्रिक है जी। इस गोदावरी नदी के उपर बने हुए डैमों डैम याद करने वास्ते गोदावरी का निजाम करे राम राम। सही हो गई। निजाम ते श्री राम दो इस ते डैम बने गोदावरी नदी के उपर। अगे चलते हैं जी कृष्णा नदी पे। कृष्णा नदी पे कृष्णा नदी ते बने है जी डैम अपने को अलमाटी, इनका नाम की है अलमाटी डैम, नागार्जुन डैम, श्री सलम डैम। श्री सलम, अलमाटी, नागार्जुन ते श्री सलम डैम किस नदी के उपर नहीं? कृष्णा नदी के उपर। ये जिहड़ा अलमाटी डैम है जी, ये है जी करनाटका दे विच। नागार्जुन जिहड़ा डैम है जी, ये है तेलंगाना दे विच। श्रीशैलम डैम जिहड़ा है जी, ये है जी आंध्रा प्रदेश के विच। ये कितने डैम इंपोर्टेंट ने? अलमाटी डैम हो गया जी, ये कितने हो गया? नागार्जुन करनाटका दे विच। नागार्जुन डैम जिहड़ा जी सागर डैम, ये तेलंगाना दे विच हो गया। तो श्रीशैलम हो गया जी आंध्रा प्रदेश के। ठीक है जी। तो इसकी जे शॉर्ट ट्रिक जे करनी हो तो जी की बनाइए जी? शॉर्ट ट्रिक बना लेंगे कुछ। ना अलमाटी नागार्जुन करे सलाम कृष्णा। इत्थे लिख देना मैं अलमाटी नाग करे सलाम। सलाम तो बन गया जी श्रीशैलम, नाग तो बन गया नागार्जुन, अलमाटी का है जी अलमाटी नाम नाग करे सलाम कृष्णा। कृष्णा नदी के उपर डैम की शॉर्ट ट्रिक की है अलमाटी नाग करे सलाम कृष्णा। क्लीयर हो गई गल? अलमाटी नाग करे सलाम कृष्णा। ये तुसी रिपीट किया करो बार बार। आप जो मैं इतने बोल रहा हूँ तो तुहानू ज़्यादा टाइम तक देर तक समय तक याद रह जाएंगे। ठीक है, क्लीयर हो गई। अगे अपने जी करते हैं जी कावेरी नदी के। कावेरी कावेरी नदी पे जी कृष्ण राजा सागर डैम है जी, कृष्ण राजा सागर डैम। कलनई डैम, कलनई डैम का एक होर नाम भी है, ये तुहानू अगे जाके दसांगे। ते मैट्रो डैम या मैट्रो डैम में कह देंगे मैट्रो डैम। कृष्ण राजा सागर, कलनई ते मैट्रो डैम, ये तीन डैम जिहड़े ने ये कावेरी नदी के उपर ने। ये तीन डैम किस नदी ते ने? कावेरी नदी के उपर। कृष्ण राजा, कलनई ते मैट्रो कावेरी नदी। इंपोर्टेंट ने जी, तिना याद कर लेना कावेरी ते कृष्ण राजा, कलनई ते मैट्रो। अगे चलते हैं नर्मदा नदी के उपर। ये जो आप पिछे नदियां कीतियां ये सारिया नदियां
चार दियां चारे नदियां जिहड़ियां ने ये कीतियां जिहड़ियां ये नदियां चारे नदियां बंगाल दी खाड़ी विच जाके मिलदियां बंगाल दी खाड़ी ठीक है जी ते ये सारियां डेल्टा बनदियां ने ठीक है डेल्टा की हुंदा ये तुहानूं अगे जानकारी देंगे डैम्स बारे वैसे अपना इंपोर्ट लैक्चर है एक चीज़ रह गई बंगाल की खाड़ी में जाके मिलती हैं ये सारियां चार दी चार नदियां ये वहदियां जी पूर्व दिशा को चारे नदियां अगे जो आउणगियां दो वो ने पश्चिम वाल वहदियां नदियां जिहड़ियां अरब सागर में मिलदियां ने इत्थे एक पॉइंट रह गया जी कृष्ण राजा सागर जिहड़ा डैम है जी ये डैम करनाटका दे विच स्टेट रह गईयां सीगियां किहड़ी स्टेट दे विच है करनाटका स्टेट दे विच कलनई ते मैट्रो डैम ये दोवें डैम जिहड़े ने जी तमिलनाडु दे विच इंपोर्टेंट ने जी दोनों आ दोनों कलनई ते मैट्रो डैम दोनों ही इंपोर्टेंट ने ये कितने ने तमिलनाडु क्लियर हो गया जी अगे चलते हैं जी आ दोनों ये जिहड़ियां नदियां ने जी ये पूर्व वल वहदियां ने जी कित्थे मिलदियां ने जी अरब सागर दे विच पूर्व कह सॉरी पूर्व नहीं पश्चिम वल वहदियां ने पूर्व वल दूसरियां वह रही सी ये अरब सागर वल वहदियां ने जी नर्मदा पेरियार नर्मदा नदी ठीक है जी ते पेरियार नदी इस दे उपर बनया जी सरदार सरोवर डैम इंपोर्टेंट है जी बहुत ज़्यादा एक बनया जी इंदिरा सागर डैम ठीक है जिहड़ा सरदार सरोवर डैम है जी ये कित्थे है जी ये है जी गुजरात दे विच ते इंदिरा सागर डैम जिहड़ा है जी ये है जी मध्य प्रदेश दे विच गुजरात मध्य प्रदेश सरदार सरोवर डैम इंपोर्टेंट नहीं जी दोनों इंदिरा सागर सरदार सरोवर डैम तो बहुत बार पूछा हुआ है पेपर के विच सरदार सरोवर डैम किस नदी ते है नर्मदा नदी ते ये किहड़ी स्टेट दे विच है गुजरात स्टेट दे विच इंदिरा सागर ये मध्य प्रदेश दे विच है उस तो बाद जी पेरियार नदी ते इंपोर्टेंट ने जी ये इडुक्की डैम है जी इनका नाम की कहते हैं इडुक्की या उदुक्की भी कह देंगे इडुक्की डैम ये है जी मुल्ला पेरियार नाम सौखा है दोनों नदी के नाम के उपर ही है मुल्ला पेरियार डैम इडुक्की डैम ये नदी जी है केरला के वहदी है तो ये दोनों डैम जोड़े ने ये कितने बने हुए हैं केरला के ठीक है कि नदी उपर पेरियार नदी के उपर ये दोनों किधर वहदियां जी कि किस दिशा वाल पश्चिम वाल वहदियां भारत के अरब सागर के जाके मिल जाएंगे ठीक है अगे चलते हैं जी इंपोर्टेंट जी टालेस्ट टालेस्ट का मतलब जिस डैम की उचाई सब तो वध है वो डैम जिस की उचाई सब तो वध है लारजेस्ट सब तो वड्डा डैम है ठीक है जी लॉन्गेस्ट सब तो लंबा डैम ते ओल्डेस्ट सब तो पुराना डैम इंपोर्टेंट ने ये चारे के चारे पॉइंट जी टालेस्ट सब तो वध उच्चा जी ते सब तो वड्डा डैम ये इको ही डैम है जी आपां पिछे किया है जी इनका नाम है जी टिहरी डैम पुछ लिया जाता है जी बहुत पेपरों के पूछा है टालेस्ट सब तो वध उचाई वाला ते वड्डा डैम जी सब तो वड्डा डैम लारजेस्ट डैम ये कि नहीं टिहरी डैम है किस नदी के उपर सी गई भागीरथी नदी के उपर किस स्टेट के यूके यूके मीनस भारत का यूके उत्तराखंड उस तो बाद आ गया जी लॉन्गेस्ट डैम बहुत इंपोर्टेंट है जी आप पिछे किया जी हीराकुंड डैम की नाम से जी हीराकुंड ये किस नदी के उपर है महानदी के उपर किहड़ी नदी के उपर सी गई महानदी के उपर कित्थे सीगा उड़ीसा के आप पिछे पढ़ चुके हैं इस बारे सारा कुछ ठीक है ते सब तो पुराना डैम जी इंपोर्टेंट है जी भारत का सब तो पुराना डैम है जी कलनई डैम
ਆਪਾਂ ਪਿੱਛੇ ਹੁਣੇ ਹੀ ਕੀਤਾ ਜੀ ਕਲਨਈ ਡੈਮ। ਇਸ ਦਾ ਇੱਕ ਨਾਮ ਹੋਰ ਹੈ ਜੀ ਗ੍ਰੈਂਡ ਅਨੀਕਟ ਡੈਮ। ਦੋਨੋਂ ਨਾਮਾਂ ਨਾਲ ਹੀ ਆ ਸਕਦਾ ਹੈ ਜੀ। ਭਾਰਤ ਦਾ ਸਭ ਤੋਂ ਪੁਰਾਣਾ ਡੈਮ ਤਾਮਿਲਨਾਡੂ ਦੇ ਵਿੱਚ ਹੈ ਜੀ। ਕੀ ਨਾਮ ਹੈ? ਕਲਨਈ ਡੈਮ ਵੀ ਲਿਖਿਆ ਹੋ ਸਕਦਾ ਹੈ ਤੇ ਗ੍ਰੈਂਡ ਅਨੀਕਟ ਡੈਮ ਵੀ ਲਿਖਿਆ ਹੋ ਸਕਦਾ। ਕਿੱਥੇ ਹੈਗਾ ਜੀ? ਤਾਮਿਲਨਾਡੂ ਦੇ ਵਿੱਚ। ਠੀਕ ਹੈ ਜੀ, ਕਲੀਅਰ ਹੋ ਗਿਆ ਜੀ ਸਾਰਿਆਂ ਨੂੰ। ਇਹ ਕਿਹੜੀ ਨਦੀ ਦੇ ਉੱਪਰ ਬਣਿਆ ਜੀ? ਆਪਾਂ ਪਿੱਛੇ ਹੁਣੇ ਕਰਕੇ ਆਏ ਹਾਂ, ਇਹ ਬਣਿਆ ਹੋਇਆ ਜੀ ਕਾਵੇਰੀ ਨਦੀ ਦੇ ਉੱਪਰ। ਠੀਕ ਹੈ ਜੀ, ਕਲਨਈ ਡੈਮ। ਕਲੀਅਰ ਹੋ ਗਿਆ ਜੀ ਸਾਰਿਆਂ ਨੂੰ। ਤਾਂ ਇਹ ਸੀਗੇ ਜੀ ਇੰਪੋਰਟੈਂਟ ਡੈਮਸ, ਠੀਕ ਹੈ ਜੀ, ਭਾਰਤ ਦੇ ਜੋ ਆਪਾਂ ਕੀਤੇ ਜੀ। ਇਹਨਾਂ ਦੇ ਜਿਹੜੇ ਦੱਖਣ ਭਾਰਤ ਵਿੱਚ ਨੇ ਉਹਨਾਂ ਦਾ ਥੋੜਾ ਜਿਹਾ ਨਕਸ਼ਾ ਦੇਖ ਲੈਂਦੇ ਆ ਇੰਪੋਰਟੈਂਟ ਡੈਮਸ ਦਾ। ਮਹਾਨਦੀ ਦੇ ਉੱਪਰ ਜੀ ਹੀਰਾਕੁੰਡ ਡੈਮ। ਇੱਕ ਇੱਥੇ ਆ ਜਿਹੜੀ ਹੈ ਜੀ ਕ੍ਰਿਸ਼ਨਾ ਨਦੀ ਹੈ ਜੀ। ਕ੍ਰਿਸ਼ਨਾ ਨਦੀ ਦੇ ਉੱਪਰ ਨਾਗਾਰਜੁਨ ਸਾਗਰ ਡੈਮ ਬਣਿਆ ਹੋਇਆ ਹੈ ਜੀ। ਤੇ ਇੱਕ ਦੂਸਰਾ ਡੈਮ ਬਣਿਆ ਹੋਇਆ ਜੀ ਇਸੇ ਦੀ ਸਾਈਟ ਨਦੀ ਤੇ ਤੁੰਗਭਦਰਾ ਡੈਮ। ਇੰਪੋਰਟੈਂਟ ਹੈ ਇਹ ਵੀ। ਇਹ ਨਹੀਂ ਲਿਖਿਆ ਹੋਇਆ ਸੀਗਾ, ਤੁੰਗਭਦਰਾ ਡੈਮ ਕਹਿ ਦਿੰਦੇ ਇਹਨੂੰ। ਇਹ ਕਿਹੜੀ ਨਦੀ ਤੇ ਬਣਿਆ ਜੀ? ਤੁੰਗਭਦਰਾ ਨਦੀ ਦਾ ਹੀ ਨਾਮ ਹੈ। ਨਦੀ ਦਾ ਨਾਮ ਵੀ ਤੁੰਗਭਦਰਾ ਹੈ ਤੇ ਇਸ ਡੈਮ ਦਾ ਨਾਮ ਵੀ ਤੁੰਗਭਦਰਾ ਹੈ ਜੀ। ਉਸ ਤੋਂ ਬਾਅਦ ਜੀ ਇਹ ਹੈ ਜੀ ਨੀਚੇ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਮੈਟਰੋ ਡੈਮ ਆਪ ਬਣਿਆ ਹੋਇਆ ਮੈਟਰੋ ਡੈਮ। ਠੀਕ ਹੈ ਜੀ, ਇੱਕ ਆਈ ਪੇਰੀਆਰ ਨਦੀ ਤੇ ਮੁੱਲਾ ਪੇਰੀਆਰ, ਤੇ ਇੱਥੇ ਇੱਕ ਡੈਮ ਬਣਿਆ ਹੋਇਆ ਨਾਲ ਪੇਰੀਆਰ ਨਦੀ ਦੇ ਉੱਪਰ, ਕਿਹੜਾ ਜੀ? ਦੂਸਰਾ ਇਦੂਕੀ ਡੈਮ। ਕਲੀਅਰ ਹੋ ਗਈ ਗੱਲ। ਇਹ ਸੀਗੇ ਜੀ ਇੰਪੋਰਟੈਂਟ ਡੈਮ ਭਾਰਤ ਦੇ। ਹਰ ਪੇਪਰਾਂ ਲਈ ਇੰਪੋਰਟੈਂਟ ਨੇ। ਸਟੈਟਿਕ ਜੀਕੇ ਦਾ ਪੋਰਸ਼ਨ ਨੇ ਜੋ ਜੀਓਗ੍ਰਾਫੀ ਦੇ ਵਿੱਚ ਨਦੀਆਂ ਦੇ ਨਾਲ ਜਾਂ ਭਾਰਤ ਦੇ ਡਰੇਨੇਜ ਸਿਸਟਮ ਦੇ ਨਾਲ ਆਉਂਦਾ ਹੈ, ਸਟੈਟਿਕ ਜੀਕੇ ਦਾ ਪੋਰਸ਼ਨ। ਤਾਂ ਜੇ ਵੀਡੀਓ ਚੰਗੀ ਲੱਗੀ ਜੀ ਇਸ ਨੂੰ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਨਾਲ। ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ 1000 ਸਬਸਕ੍ਰਾਈਬਰ ਤੱਕ ਪਹੁੰਚ ਸਕੀਏ ਤੇ ਵੀਡੀਓ ਲਾਈਵ ਵੀਡੀਓ ਪਾ ਸਕੀਏ ਇਸ ਪਲੇਟਫਾਰਮ ਤੇ। ਚੈਨਲ ਦਾ ਨਾਮ, ਅਕੈਡਮੀ ਦਾ ਨਾਮ ਜੀ ਇਮਰਜ ਅਕੈਡਮੀ ਹੈ। ਚੈਨਲ ਦਾ ਨਾਮ ਇੱਕ ਵਾਰ ਪਾਲ ਨੌਲੇਜ ਅਕੈਡਮੀ ਹੈ। YouTube ਦੇ ਉੱਪਰ ਪਾਲ ਨੌਲੇਜ ਅਕੈਡਮੀ ਦੇ ਨਾਮ ਤੇ ਚੈਨਲ ਹੈ ਜੋ ਤੁਸੀਂ ਦੇਖ ਰਹੇ ਹੋ। ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਚੈਨਲ ਨੂੰ। ਤਾਂ ਹੋਰ ਨਵੀਂ ਅਪਡੇਟਸ ਲਈ ਬੈਲ ਆਈਕਨ ਦਬਾ ਦੇਣਾ ਜੀ। ਤਾਂ ਜੋ ਵੀ ਨਵੀਂ ਵੀਡੀਓ ਆਏਗੀ ਉਸ ਲਈ ਅਪਡੇਟ ਤੁਹਾਨੂੰ ਮਿਲਦੀ ਰਹੇਗੀ। ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੀ ਥੋੜੀ ਜੀ। ETT ਕੇਡਰ 5994 ਪੋਸਟਾਂ ਦੇ ਲਈ ਨਿਊ ਬੈਚ ਸਟਾਰਟ ਕਰਿਆ ਜੀ 12 ਜੁਲਾਈ ਤੋਂ। ETT ਕੇਡਰ ਲਈ ਇਸ ਵਿੱਚ 6 ਸਬਜੈਕਟ ਕੰਪਲੀਟ ਕਰਵਾਏ ਜਾਣਗੇ ਬੈਸਟ ਫੈਕਲਟੀ ਦੁਆਰਾ। ਐਕਸਪੀਰੀਅੰਸਡ ਟੀਚਰਸ ਨੇ। ਡਾਟ ਸੈਸ਼ਨ, ਪ੍ਰੈਕਟਿਸ ਪੇਪਰ, ਮੋਕ ਟੈਸਟ, ਇਹ ਸਾਰੇ ਕਵਰ ਕਰਵਾਏ ਜਾਣਗੇ ਬਹੁਤ ਵਧੀਆ ਤਰੀਕੇ ਦੇ ਨਾਲ। ਤਾਂ ਇਸ ਸੰਬੰਧੀ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਸ ਬੈਚ ਦੇ ਸੰਬੰਧੀ ਤਾਂ ਤੁਸੀਂ ਕੰਟੈਕਟ ਕਰ ਸਕਦੇ ਜੇ ਸਾਡੇ ਨਾਲ। ਕੰਟੈਕਟ ਨੰਬਰ ਹੈ ਜੀ 78886150। ਤਾਂ ਸ਼ੇਅਰ ਕਰ ਦਿਓ ਜੀ ਜਿਨ੍ਹਾਂ ਨੂੰ ਵੀ, ਜੋ ਵੀ ਸਟੂਡੈਂਟ ਜ਼ਰੂਰਤ ਹੈ ਉਹਨਾਂ ਨੂੰ ਇਹ ਬੈਚ ਜ਼ਰੂਰ ਟਰਾਈ ਕਰਨਾ ਚਾਹੀਦਾ ਜੀ। ਤਾਂ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਧੰਨਵਾਦ, ਜੈ ਹਿੰਦ।